हाँ जी स्टूडेंट, ਤੁਹਾਡਾ ਸਵਾਗਤ ਹੈ ਹੈਗਾ ਹਿਸਟਰੀ ਮਾਸਟਰ ਚੈਨਲ ਦੇ ਉੱਪਰ। ਇਹ ਸਾਡਾ ਪੋਲਿਟੀ ਦਾ ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ ਸੀ ਉਸ ਦਾ ਸੈਕੰਡ ਪਾਰਟ ਹੈਗਾ। ਇਸ ਤੋਂ ਪਹਿਲਾਂ ਇਸ ਦਾ ਅਸੀਂ ਫਸਟ ਪਾਰਟ ਆ ਜਿਹੜਾ ਅਪਲੋਡ ਆ ਉਹ ਕਰ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਦੇਖ ਰਹੇ ਹੈਗੇ ਕਿ ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ ਸੀ। ਪਹਿਲਾਂ ਆਪਾਂ ਓਵਰਆਲ ਸਾਰਾ ਦੇਖ ਚੁੱਕੇ ਸੀ। ਇੱਥੇ ਆਪਾਂ ਗੱਲ ਕਰਦੇ ਹੈਗੇ ਕਿ ਮੌਡਮੈਂਟਨ ਦੇ ਦੁਆਰਾ ਕੀ ਸੀਗਾ 3 ਜੂਨ ਨੂੰ 3 ਜੂਨ ਨੂੰ ਕੀ ਸੀਗਾ 1947 ਦੇ ਵਿੱਚ ਇਹ ਅਨਾਉਂਸ ਕਰ ਦਿੱਤਾ ਗਿਆ ਸੀਗਾ ਕਿ ਜਿਹੜੀ ਇੰਡੀਆ ਹੈਗੀ ਆ ਉਸ ਨੂੰ 2 ਪਾਰਟਸ ਦੇ ਵਿੱਚ ਕੀ ਹੈਗਾ ਡਿਵਾਈਡ ਆ ਜਿਹੜਾ ਕਰ ਦਿੱਤਾ ਜਾਊਗਾ ਅਤੇ ਉਸ ਦੀਆਂ ਸੀਟਾਂ ਬਾਰੇ ਵੀ ਪਹਿਲਾਂ ਹੀ ਅਨਾਉਂਸ ਆ ਜਿਹੜਾ ਕਰ ਦਿੱਤਾ ਗਿਆ ਸੀਗਾ। ਕਲੀਅਰ ਤਾਂ ਯਾਦ ਰੱਖਿਓ, ਇਹਨੂੰ ਮੌਡਮੈਂਟਨ ਪਲਾਨ ਵੀ ਕਿਹਾ ਜਾਂਦਾ ਹੈਗਾ ਗਾ ਕਿ 3 ਜੂਨ ਨੂੰ ਜਿਹੜੀ ਘੋਸ਼ਣਾ ਜਾਂ ਅਨਾਉਂਸਮੈਂਟ ਜਿਹੜੀ ਹੋ ਗਈ ਸੀ ਕਿ ਹਾਂਜੀ ਇੰਡੀਆ ਕੀ ਹੈਗਾ ਗਾ ਡਿਵਾਈਡ ਹੋ ਜਾਏਗਾ 2 ਪਾਰਟਸ ਦੇ ਵਿੱਚ, ਇੰਡੀਆ ਐਂਡ ਪਾਕਿਸਤਾਨ। ਕਲੀਅਰ ਜੀ। ਉਸ ਤੋਂ ਬਾਅਦ ਕੀ ਹੈਗਾ ਗਾ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਰਹੇ ਹੈਗੇ ਕਿ ਜਿਹੜੇ ਮੈਂਬਰ ਸੀਗੇ ਮੁਸਲਿਮ ਲੀਗ ਦੇ ਉਹ ਪਹਿਲਾਂ ਅਸੈਂਬਲੀ ਦੇ ਵਿੱਚ ਕੀ ਸੀਗੇ ਪਾਰਟੀਸਪੇਟ ਕੁਝ ਨਹੀਂ ਕਰ ਰਹੇ ਸੀਗੇ, ਪਰ ਇੱਥੇ ਆ ਕੇ ਆਪਾਂ ਦੇਖਦੇ ਹੈਗੇ ਕਿਉਂਕਿ ਇੱਥੇ ਕੀ ਸੀਗਾ ਇੱਕ ਚੀਜ਼ ਰੱਖੀ ਗਈ ਸੀ, ਜੇਕਰ ਕੋਈ ਇੰਡੀਆ ਦੇ ਵਿੱਚ ਰਹਿਣਾ ਚਾਹੁੰਦਾ ਇੰਡੀਆ ਰਹਿ ਸਕਦਾ ਹੈਗਾ, ਜੇਕਰ ਕੋਈ ਪਾਕਿਸਤਾਨ ਜਾਣਾ ਚਾਹੁੰਦਾ ਉਹ ਪਾਕਿਸਤਾਨ ਰਹਿ ਸਕਦਾ ਹੈਗਾ। ਅਤੇ ਜਿਹੜੀਆਂ ਵੀ ਸਟੇਟਾਂ ਹੈਗੀਆਂ ਨੇ ਉਹ ਕਿਸੇ ਦੇ ਨਾਲ ਵੀ ਜਾ ਸਕਦੀਆਂ ਨੇ, ਜੋ ਪਾਕਿਸਤਾਨ ਨਾਲ ਵੀ ਜਾ ਸਕਦੀਆਂ ਨੇ ਅਤੇ ਇੰਡੀਆ ਦੇ ਨਾਲ ਵੀ ਉਹ ਜਾ ਸਕਦੀਆਂ ਨੇ। ਤਾਂ ਇੱਥੇ ਕੀ ਸੀਗੇ ਜਿਹੜੇ ਮੁਸਲਿਮ ਲੀਗ ਦੇ ਮਤਲਬ ਕਿ ਜਿਹੜੇ ਮੁਸਲਮਾਨ ਸੀਗੇ ਜਾਂ ਮੁਸਲਿਮ ਲੀਗ ਦੇ ਜਿਹੜੇ ਮੈਂਬਰ ਸੀਗੇ ਜੋ ਇੰਡੀਆ ਦੇ ਵਿੱਚ ਰਹੇ, ਇਸ ਕਰਕੇ ਉਹਨਾਂ ਨੇ ਕੀ ਸੀਗਾ ਅਸੈਂਬਲੀ ਦੇ ਵਿੱਚ ਕੀ ਸੀਗਾ ਉਹਨਾਂ ਨੇ ਪਾਰਟੀਸਪੇਟ ਕਰਨਾ ਸਟਾਰਟ ਸੀਗਾ ਜਾਂ ਉਹਨਾਂ ਨੇ ਐਂਟਰ ਕਰਨਾ ਸਟਾਰਟ ਸੀਗਾ ਜਿਹੜਾ ਕਰ ਦਿੱਤਾ ਗਿਆ ਸੀਗਾ। ਕਲੀਅਰ। ਬਾਕੀ ਜਿਹੜੇ ਕੁਝ ਸੀਗੇ ਉਹ ਕਿੱਧਰ ਚਲੇ ਗਏ ਸੀਗੇ ਪਾਕਿਸਤਾਨ ਚਲੇ ਗਏ ਸੀ, ਜਿਹੜੇ ਇੱਥੇ ਰਹਿ ਗਏ ਸੀਗੇ ਉਹਨਾਂ ਨੇ ਪਾਰਟੀਸਪੇਟ ਆ ਜਿਹੜਾ ਅਸੈਂਬਲੀ ਦੇ ਵਿੱਚ ਕੀਤਾ ਸੀਗਾ। ਕਲੀਅਰ ਜੀ। ਹੋਰ ਦੇਖ ਲੈਂਦੇ ਹੈਗੇ ਆ ਇਸ ਐਕਟ ਦੇ ਵਿੱਚ ਕੀ ਸੀਗਾ ਕਿ ਜਿਹੜੀ ਕੰਡੀਸ਼ਨ ਹੈਗੀ ਦੇਖੋ ਜਿਸ ਤਰ੍ਹਾਂ ਦੀ ਵੀ ਜਿਹੜੀ ਕੰਡੀਸ਼ਨ ਪਹਿਲਾਂ ਸੀ 1947 ਤੋਂ ਬਾਅਦ ਪਹਿਲਾਂ ਦੀ ਉਹ ਬਾਅਦ ਦੇ ਵਿੱਚ ਨਹੀਂ ਰਹੇਗੀ, ਸਾਰੀ ਪੋਜੀਸ਼ਨ ਕੀ ਹੋ ਜਾਏਗੀ ਚੇਂਜ ਹੋ ਜਾਏਗੀ। ਕਲੀਅਰ। ਤਾਂ ਇਹ ਜ਼ਰੂਰ ਯਾਦ ਰੱਖਿਓ ਕਿ ਪਹਿਲਾਂ ਦੀ ਤਰ੍ਹਾਂ ਨਹੀਂ ਰਹੇਗਾ, ਉਸ ਦੇ ਵਿੱਚ ਕੀ ਹੈਗਾ ਬਦਲਾਅ ਜਾਂ ਚੇਂਜ ਆ ਜਿਹੜਾ ਕੀਤਾ ਜਾਏਗਾ। ਕਲੀਅਰ ਜੀ। ਹੋਰ ਦੇਖ ਲੈਂਦੇ ਆਪਾਂ। ਹਾਂਜੀ ਇਸ ਤੋਂ ਬਹੁਤ ਜ਼ਿਆਦਾ ਸਵਾਲ ਜਿਹੜੇ ਬਣ ਕੇ ਸਾਡੇ ਸਾਹਮਣੇ ਆਉਂਦੇ ਹੈਗੇ। ਜਿਹੜੀ ਇਹ ਸਲਾਈਡ ਹੈਗੀ ਆ ਦੇਖੋ ਇੱਥੇ ਕੀ ਸੀਗੇ ਇੰਡੀਆ ਨੂੰ ਕੀ ਸੀਗੇ ਮੈਂਬਰਸ਼ਿਪ ਦਿੱਤੀ ਗਈ ਕਾਮਨਵੈਲਥ ਦੀ ਮਈ 49 ਦੇ ਵਿੱਚ 1949 ਦੇ ਵਿੱਚ। ਕਲੀਅਰ ਯਾਦ ਰੱਖਿਓ। ਹੁਣ ਕਾਮਨਵੈਲਥ ਜਿਹੜੀਆਂ ਗੇਮਜ਼ ਹੁੰਦੀਆਂ ਨੇ ਉਸ ਦੇ ਵਿੱਚ ਕੀ ਸੀਗੀ ਮੈਂਬਰਸ਼ਿਪ ਦਿੱਤੀ ਗਈ। ਕਾਮਨਵੈਲਥ ਜਿਹੜੀਆਂ ਗੇਮ ਹੁੰਦੀਆਂ ਨੇ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਉਹਦੇ ਵਿੱਚ ਕੰਟਰੀ ਹਿੱਸਾ ਲੈਂਦੇ ਹੈਗੇ ਆ ਉਹ ਕਿਸੇ ਨਾ ਕਿਸੇ ਟਾਈਮ ਕੀ ਹੈਗੇ ਇੰਗਲੈਂਡ ਦੇ ਅਧੀਨ ਰਹੇ ਹੋਏ ਆ, ਮਤਲਬ ਕਿ ਇੱਕ ਟਾਈਮ ਉਹਨਾਂ ਦੇ ਉੱਪਰ ਕਿਸ ਦਾ ਰਾਜ ਸੀਗਾ ਇੰਗਲੈਂਡ ਦਾ ਰਾਜ ਸੀਗਾ। ਬਾਅਦ ਦੇ ਵਿੱਚ ਉਹਨਾਂ ਹੀ ਜਿਹੜੀਆਂ ਕੰਟਰੀਆਂ ਸੀ ਉਹਨਾਂ ਦੇ ਵਾਸਤੇ ਕੀ ਸੀਗਾ ਕਾਮਨਵੈਲਥ ਜਿਹੜਾ ਇੱਕ ਟਰਮ ਆ ਜਿਹੜੀ ਨਿਕਲ ਕੇ ਆਈ ਸੀ ਜਿੱਥੇ ਕਿ ਉਹ ਪਾਰਟੀਸਪੇਟ ਹੈ ਜਿਹੜੇ ਕਰਦੇ ਹੈਗੇ। ਹੁਣ ਤੁਸੀਂ ਯਾਦ ਰੱਖਿਓ ਜਿੰਨੇ ਕਾਮਨਵੈਲਥ ਗੇਮ ਦੇ ਵਿੱਚ ਦੇਸ਼ ਜਾਂ ਕੰਟਰੀ ਪਾਰਟੀਸਪੇਟ ਕਰਦੇ ਉਹ ਕਿਸੇ ਨਾ ਕਿਸੇ ਟਾਈਮ ਇੰਗਲੈਂਡ ਦੇ ਅਧੀਨ ਆ ਜਿਹੜੇ ਰਹੇ ਸੀਗੇ। ਪਰ ਇੱਥੇ ਕੀ ਸੀਗੀ ਇੱਥੇ ਇੱਦਾਂ ਨਹੀਂ ਹੈ ਕਿ ਇੱਥੇ ਦੁਬਾਰਾ ਤੋਂ ਉਹਨਾਂ ਦੀ ਜਿਹੜੀ ਹਕੂਮਤ ਆ ਉਹ ਦੁਬਾਰਾ ਹੋ ਜਾਏਗੀ ਜਦ ਦੁਬਾਰਾ ਤੋਂ ਉਹਨਾਂ ਦਾ ਇੱਥੇ ਜਿਸ ਤਰ੍ਹਾਂ ਅਧਿਕਾਰ ਦੁਬਾਰਾ ਹੋ ਜੂ, ਇੱਦਾਂ ਦਾ ਨਹੀਂ ਸੀਗਾ। ਇੱਥੇ ਫੁੱਲ ਫਰੀਡਮ ਦੇ ਨਾਲ ਹੀ ਮਤਲਬ ਕਿ ਡਿਜ਼ਾਇਰ ਸੀਗੀ ਕਿ ਇੰਡੀਆ ਪਾਰਟੀਸਪੇਟ ਮੈਂਬਰ ਉਹਦਾ ਬਣ ਸਕਦਾ ਅਤੇ ਨਹੀਂ ਵੀ ਬਣ ਸਕਦਾ, ਉਹ ਆਪਦੀ ਡਿਜ਼ਾਇਰ ਸੀਗੀ। ਪਰ ਤੁਸੀਂ ਯਾਦ ਰੱਖਣਾ ਕਿ ਕਦੋਂ ਬਣਿਆ ਮਈ 1949 ਦੇ ਵਿੱਚ ਕੀ ਸੀਗਾ ਇੰਡੀਆ ਮੈਂਬਰਸ਼ਿਪ ਜਿਹੜੀ ਉਸ ਨੂੰ ਮਿਲ ਗਈ ਸੀਗੀ। ਕਲੀਅਰ ਜੀ। ਹੋਰ ਦੇਖ ਲੈਂਦੇ ਆਪਾਂ। ਹੋਰ ਦੇਖੋ ਜਿਹੜੇ ਇਹ ਸਵਾਲ ਹੈਗੇ ਇੱਥੇ ਦੇਖੋ ਕਿ ਜਿਹੜਾ ਨੈਸ਼ਨਲ ਸਾਡਾ ਝੰਡਾ ਹੈਗਾ ਫਲੈਗ ਜਿਹੜਾ ਹੈਗਾ ਨੈਸ਼ਨਲ ਕਲੀਅਰ ਉਹ ਕਦੋਂ ਅਡੋਪਟ ਕੀਤਾ ਗਿਆ। ਠੀਕ ਹੈ। ਤਾਂ ਇਹ ਬਹੁਤ ਵਾਰ ਸਵਾਲ ਆਉਂਦਾ ਹੈਗਾ 22 ਜੁਲਾਈ ਨੂੰ 1947 ਦੇ ਵਿੱਚ ਕੀ ਸੀਗਾ ਇਸ ਨੂੰ ਅਡੋਪਟ ਸੀਗਾ ਜਿਹੜਾ ਕੀਤਾ ਗਿਆ ਸੀਗਾ। ਕਲੀਅਰ ਜੀ। ਤੁਸੀਂ ਕਮੈਂਟ ਦੇ ਵਿੱਚ ਦੱਸਣਾ ਹੈਗਾ ਸਾਡੇ ਜਿਹੜਾ ਝੰਡਾ ਹੈਗਾ ਰਾਸ਼ਟਰੀ ਜਿਹੜਾ ਝੰਡਾ ਹੈਗਾ ਉਸ ਦੇ ਵਿੱਚ ਜਿਹੜੇ ਕਲਰ ਦਿੱਤੇ ਹੋਏ ਹੈਗੇ 3 ਕਲਰ ਹੈਗੇ ਉਹ ਤਿੰਨੋਂ ਹੀ ਕਲਰਾਂ ਦੀ ਇੰਪੋਰਟੈਂਸ ਕੀ ਹੈਗਾ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈਗਾ। ਕਲੀਅਰ ਜੀ। ਉਸ ਤੋਂ ਬਾਅਦ ਨੈਸ਼ਨਲ ਐਂਥਮ ਜਿਹੜੀ ਹੈਗੀ ਸਾਡੀ ਉਹ ਵੀ ਕਦੋਂ ਅਡੋਪਟ ਕੀਤੀ ਗਈ ਸੀ ਉਹ 24 ਜਨਵਰੀ 1950 ਨੂੰ ਕੀ ਸੀਗੀ ਅਡੋਪਟ ਕੀਤੀ ਗਈ। ਉਸ ਤੋਂ ਬਾਅਦ ਨੈਸ਼ਨਲ ਸੌਂਗ ਦੀ ਅਸੀਂ ਗੱਲ ਕਰਦੇ ਹਾਂ ਉਹ ਕਦੋਂ ਅਡੋਪਟ ਕੀਤਾ ਗਿਆ ਦੇਖੋ 24 ਜਨਵਰੀ ਨੂੰ ਹੀ ਅਡੋਪਟ ਸੀਗਾ ਜਿਹੜਾ ਉਹ ਕੀਤਾ ਗਿਆ। ਉਸ ਤੋਂ ਬਾਅਦ ਇੱਥੇ ਹੋਰ ਦੇਖਦੇ ਹੈਗੇ ਇੱਥੇ ਪਹਿਲੀ ਵਾਰ ਕੀ ਸੀਗੀ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਗਿਆ ਸੀ ਰਾਜਿੰਦਰ ਪ੍ਰਸਾਦ ਨੂੰ 24 ਜਨਵਰੀ 1950 ਨੂੰ। ਤਾਂ ਇੱਥੇ ਅਸੀਂ ਇੱਕ ਚੀਜ਼ ਕਾਮਨ ਦੇਖ ਰਹੇ ਹਾਂ ਕਿ ਹਾਂਜੀ 24 ਹੀ ਡੇਟ ਆ ਜਿਹੜੀ ਆ ਰਹੀ ਹੈਗੀ 24 ਜਨਵਰੀ ਦੀ ਆਪਾਂ ਗੱਲ ਆ ਜਿਹੜੀ ਕਰ ਰਹੇ ਹਾਂ। ਤਾਂ ਇੱਥੇ ਇੱਦਾਂ ਸੀਗਾ ਕਿਉਂਕਿ ਇੱਥੇ ਕੀ ਸੀਗਾ ਇਸ ਤੋਂ ਕੁਝ ਦਿਨ ਬਾਅਦ 26 ਜਨਵਰੀ ਨੂੰ ਕੀ ਸੀਗਾ ਸੰਵਿਧਾਨ ਨੂੰ ਕੀ ਕਰਨਾ ਹੈਗਾ ਅਸੀਂ ਦੇਖੋ ਜਿਹੜਾ ਸਾਡਾ ਕੀ ਹੋਊਗਾ ਲਾਗੂ ਹੋ ਜਾਊਗਾ ਫੋਰਸ ਦੇ ਵਿੱਚ ਜਿਹੜਾ ਆ ਜਾਏਗਾ। ਕਲੀਅਰ। ਤਾਂ ਕਰਕੇ ਕੀ ਸੀਗਾ ਕਿ ਸਾਰੀ ਜੋ ਵੀ ਪ੍ਰਕਿਰਿਆ ਹੈਗੀ ਜਾਂ ਜੋ ਵੀ ਜਿਹੜੀਆਂ ਪਹਿਲਾਂ ਦੀ ਚੀਜ਼ਾਂ ਦੀ ਜ਼ਰੂਰਤ ਹੈਗੀ ਤਾਂ ਉਹ ਪਹਿਲਾਂ ਹੀ ਸਾਰੀਆਂ ਕੀ ਕਰ ਲਈਆਂ ਗਈਆਂ ਸੀਗੀਆਂ
ਕੰਪਲੀਟੇਸ਼ਨ ਜਿਹੜੀਆਂ ਇੱਥੇ ਕੀਤੀਆਂ। ਤਾਂ ਤੁਸੀਂ ਯਾਦ ਰੱਖਣਾ, ਕਈ ਵਾਰੀ ਇਹ ਆ ਜਾਂਦਾ ਹੈਗਾ ਗਾ ਕਿ ਸਾਡਾ ਨੈਸ਼ਨਲ ਝੰਡਾ ਕਦੋਂ ਅਡੋਪਟ ਕੀਤਾ, ਐਂਥਮ ਸੌਂਗ, ਠੀਕ ਆ, ਇਹ ਜ਼ਰੂਰ ਤੁਸੀਂ ਯਾਦ ਰੱਖਣਾ ਹੈਗਾ ਗਾ ਕਿ ਕਦੋਂ ਕਦੋਂ ਅਡੋਪਟ ਸੀਗੇ ਜਿਹੜੇ ਕੀਤੇ ਗਏ ਸੀਗੇ। ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਚੱਲਦੇ ਹੈਗੇ ਆਪਾਂ, ਤਾਂ ਇੱਥੇ ਦੇਖਦੇ ਹੈਗੇ ਕਿ ਜਿਹੜੀ ਸਾਡੀ ਅਸੈਂਬਲੀ ਸੀਗੀ, ਅਸੈਂਬਲੀ ਦੇ ਵਿੱਚ ਕਿੰਨਾ ਟਾਈਮ ਲੱਗਿਆ। ਕਲੀਅਰ, ਤਾਂ 11 ਸੈਸ਼ਨ ਇਸ ਦੇ ਹੋਏ। ਕਲੀਅਰ, ਤੁਸੀਂ ਯਾਦ ਰੱਖਣਾ, ਡਾਇਰੈਕਟ ਸਵਾਲ ਆਉਂਦਾ ਗਾ। 2 ਸਾਲ ਲੱਗੇ ਇਸ ਨੂੰ, 11 ਮੰਥ 18 ਦਿਨ ਦਾ ਟਾਈਮ ਸੀਗਾ ਜਿਹੜਾ ਲੱਗਿਆ ਸੀ। ਦੇਖੋ 11 ਸੈਸ਼ਨ ਹੋਏ, ਕਿੰਨਾ ਟਾਈਮ ਲੱਗਿਆ ਸੰਵਿਧਾਨ ਬਣਨ ਨੂੰ, 11 ਸੈਸ਼ਨ ਜਿਸ ਦੇ ਵਿੱਚ ਹੋਏ। ਉਸ ਤੋਂ ਬਾਅਦ ਕੀ ਸੀ, 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਸੀਗਾ ਜਿਹੜਾ ਲੱਗਿਆ ਸੀ ਸੰਵਿਧਾਨ ਬਣਨ ਨੂੰ, ਭਾਰਤੀ ਸੰਵਿਧਾਨ। ਇਸ ਤੋਂ ਇਲਾਵਾ ਕੀ ਸੀਗਾ, ਇਹ ਕੰਮ ਸਾਰਾ ਕਿਸ ਦੇ ਦੁਆਰਾ ਕੀਤਾ ਗਿਆ ਸੀਗਾ, ਡਰਾਫਟ ਕਮੇਟੀ ਦੇ ਦੁਆਰਾ ਜਿਹੜਾ ਇਹ ਕੰਮ ਸੀਗਾ ਕੀਤਾ ਗਿਆ ਸੀ। ਕਿੰਨੇ ਦਿਨਾਂ ਸੀ, 114 ਦਿਨਾਂ ਦੇ ਵਿੱਚ ਇਹ ਕੰਮ ਸੀਗਾ ਜਿਹੜਾ ਕੀਤਾ ਗਿਆ ਸੀ। ਜੇਕਰ ਇਸ ਦੇ ਅਮਾਊਂਟ ਦੀ ਗੱਲ ਕਰਦੇ ਹੈਗੇ, ਇਸ ਦੇ ਖਰਚੇ ਦੀ ਗੱਲ ਕਰਦੇ ਹੈਗੇ ਕਿ ਕਿੰਨਾ ਖਰਚਾ ਆਇਆ ਸੀ, ਜੇਕਰ ਅਪਰੋਕਸੀਮੇਟ ਆਉਂਦਾ ਗਾ ਤਾਂ 64 ਲੱਖ ਆਏਗਾ। ਕਲੀਅਰ, 64 ਲੱਖ ਦੇ ਆਸ-ਪਾਸ ਰਹੇਗਾ ਜੇਕਰ ਅਪਰੋਕਸੀਮੇਟ ਹੈ। ਜੇਕਰ ਅਪਰੋਕਸੀਮੇਟ ਨਹੀਂ ਹੋਏਗਾ ਤਾਂ ਤੁਸੀਂ ਇਹ ਜ਼ਰੂਰ ਯਾਦ ਰੱਖਣਾ ਹੈਗਾ 63 96 729। ਕਲੀਅਰ ਜੀ, ਐਗਜ਼ੈਕਟ ਦੇ ਵਿੱਚ ਜੇਕਰ ਇਹ ਤੁਹਾਨੂੰ ਆਉਂਦੀ ਹੈਗੀ ਰਕਮ ਤਾਂ ਇਹ ਰਹੇਗੀ, ਪਰ ਜੇਕਰ ਉੱਥੇ ਅਪਰੋਕਸੀਮੇਟ ਦੇ ਅਕੋਰਡਿੰਗ ਆਏਗਾ ਤਾਂ ਸਾਡਾ 64 ਜਿਹੜਾ ਆਨਸਰ ਸਾਡਾ ਹੋਵੇਗਾ। ਕਲੀਅਰ, ਤੁਸੀਂ ਯਾਦ ਰੱਖਣਾ ਹੈਗਾ ਕਿ ਕਿੰਨਾ ਖਰਚਾ ਸੀ ਜਿਹੜਾ ਸਾਡੇ ਭਾਰਤੀ ਸੰਵਿਧਾਨ ਦੇ ਉੱਪਰ ਜਿਹੜਾ ਆਇਆ ਸੀਗਾ ਉਸ ਨੂੰ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਿਆ। ਇਹ ਓਵਰਆਲ ਆਪਾਂ ਗੱਲਾਂ ਜਿਹੜੇ ਕਰ ਲਈ, ਇੱਥੋਂ ਹੀ ਬਹੁਤ ਵਾਰ ਸਵਾਲ ਆ ਜਿਹੜੇ ਬਣ ਕੇ ਸਾਹਮਣੇ ਆਉਂਦੇ ਹੈਗੇ ਆ। ਅਤੇ ਹੋਰ ਅਸੀਂ ਦੇਖਦੇ ਹਾਂ ਕਿ ਫਾਈਨਲ ਜਿਹੜਾ ਸੈਸ਼ਨ ਸੀਗਾ ਉਹ ਕਦੋਂ ਹੋਇਆ। ਦੇਖੋ 24 ਜਨਵਰੀ ਨੂੰ ਹੀ ਹੋਇਆ 1950 ਦੇ ਵਿੱਚ, ਉੱਪਰ ਵੀ ਆਪਾਂ ਪੜ੍ਹੇ ਸੀ 24 ਜਨਵਰੀ। ਕਲੀਅਰ, ਤਾਂ ਕਰਕੇ ਫਾਈਨਲ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਤੋਂ ਬਾਅਦ ਕੀ ਹੈਗਾ ਗਾ ਅਸੀਂ ਦੇਖਣਾ 26 ਜਨਵਰੀ ਨੂੰ ਤਾਂ ਅਸੀਂ ਲਾਗੂ ਕਰ ਦੇਣਾ ਹੈਗਾ, ਤਾਂ ਕਰਕੇ ਫਾਈਨਲ ਸੀਗਾ ਜਿਹੜਾ ਸੈਸ਼ਨ ਇੱਥੇ ਖਤਮ ਜਿਹੜਾ ਹੋਇਆ ਸੀਗਾ। ਉਸ ਤੋਂ ਬਾਅਦ ਇੱਥੇ ਦੇਖਦੇ ਅਸੀਂ 26 ਜਨਵਰੀ 1950 ਨੂੰ ਕੀ ਸੀਗਾ, ਸੰਵਿਧਾਨ ਨੂੰ ਕੀ ਕਰ ਦਿੱਤਾ ਗਿਆ ਸੀ, ਲਾਗੂ ਕਰ ਦਿੱਤਾ ਗਿਆ ਸੀਗਾ। ਕਲੀਅਰ ਜੀ, ਓਕੇ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ 26 ਹੈ ਕੀ ਸੀ। ਦੇਖੋ ਇਸ ਦੀ ਵੀ ਇੱਕ ਹਿਸਟਰੀ ਹੈਗੀ, ਉਹਦੀ ਆਪਾਂ ਅੱਗੇ ਗੱਲ ਕਰਾਂਗੇ ਕਿ ਹਾਂ ਜੀ ਡੇਟ 'ਤੇ ਹੀ ਕਿਉਂ ਇੰਨਾ ਫੋਕਸ ਕੀਤਾ ਜਾ ਰਿਹਾ ਸੀ। ਕੋਈ ਕੁਝ ਦਿਨ ਹੋਰ ਵੀ ਵੇਟ ਕਰ ਸਕਦੇ ਸੀਗੇ, ਪਰ ਇਸ ਦੀ ਇੱਕ ਹਿਸਟਰੀ ਰਹੀ ਹੈਗੀ ਆ, ਤਾਂ ਕਰਕੇ 26 ਜਨਵਰੀ ਹੀ ਚੂਜ਼ ਸੀਗਾ ਜਿਹੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹੈਗੇ ਆ ਜਿਹੜੀ ਨਿਊ ਪਾਰਲੀਮੈਂਟ ਦਾ ਪਹਿਲਾ ਜਿਹੜਾ ਸੈਸ਼ਨ ਸੀਗਾ ਜਾਂ ਨਿਊ ਪਾਰਲੀਮੈਂਟ ਕਦੋਂ ਬਣੀ। ਕਲੀਅਰ, ਤਾਂ ਇਹ ਯਾਦ ਰੱਖਿਓ ਪਹਿਲੀ ਜਿਹੜੀ ਪਾਰਲੀਮੈਂਟ ਸੀਗੀ 1951 ਤੋਂ ਲੈ ਕੇ 52 ਤੱਕ ਜਿਹੜੀ ਉਹ ਰਹਿੰਦੀ ਹੈਗੀ। ਕਲੀਅਰ, ਤੁਸੀਂ ਯਾਦ ਰੱਖਣਾ ਹੈਗਾ। ਦੇਖੋ ਇਸ ਦੇ ਵਿੱਚੋਂ ਹੀ ਕਿੰਨੇ ਸਵਾਲ ਨੇ ਜਿਹੜੇ ਬਣ ਕੇ ਸਾਹਮਣੇ ਆਉਂਦੇ ਹੈਗੇ ਆ ਸਾਡੇ, ਅਤੇ ਕਿੰਨੇ ਵਾਰ ਤੁਸੀਂ ਦੇਖਿਆ ਹੋਊਗਾ ਇਹਨਾਂ ਸਵਾਲਾਂ ਨੂੰ। ਕਲੀਅਰ ਜੀ, ਚਲੋ ਅੱਗੇ ਚੱਲਦੇ ਹਾਂ। ਕਲੀਅਰ ਜੀ, ਉਸ ਤੋਂ ਬਾਅਦ ਅਸੀਂ ਦੇਖਦੇ ਹੈਗੇ ਕਿ ਜਿਹੜੇ ਇਹ ਸੰਵਿਧਾਨ ਹੈਗਾ ਗਾ, ਤਾਂ ਇੱਥੇ ਕੁਝ ਕਮੇਟੀਆਂ ਦੇ ਦੁਆਰਾ ਵੀ ਕੰਮ ਸੀਗਾ ਜਿਹੜਾ ਕੀਤਾ ਗਿਆ ਸੀ। ਹਾਲਾਂਕਿ 15 ਕਮੇਟੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਕਿ 15 ਕਮੇਟੀਆਂ ਸੀਗੀਆਂ, ਪਰ ਅਸੀਂ 15 ਦੀਆਂ 15 ਯਾਦ ਨਹੀਂ ਰੱਖਣੀਆਂ। ਉਸ ਦੇ ਵਿੱਚੋਂ ਜਿਹੜੀਆਂ ਇੰਪੋਰਟੈਂਟ ਕਮੇਟੀਆਂ ਸੀਗੀਆਂ ਉਹ ਸਿਰਫ 8 ਸੀਗੀਆਂ, ਇਸ ਕਰਕੇ ਅਸੀਂ 8 'ਤੇ ਹੀ ਫੋਕਸ ਆ ਜਿਹੜਾ ਕਰਾਂਗੇ। ਕਲੀਅਰ, ਤੁਸੀਂ ਕੀ ਕਰਨਾ ਹੈ, ਸਵਾਲ ਮੈਚਿੰਗ ਦੇ ਲਈ ਆ ਜਾਂਦਾ ਹੈਗਾ ਗਾ। ਇੱਕ ਸਾਈਡ ਤੁਹਾਨੂੰ ਕੀ ਆ ਜਾਏਗਾ, ਕਮੇਟੀ ਦਾ ਨਾਮ ਆ ਜਾਏਗਾ, ਸੈਕਿੰਡ ਉਸ ਦਾ ਹੈੱਡ ਕੌਣ ਸੀਗਾ। ਇਹ ਤੁਹਾਨੂੰ ਬਹੁਤ ਵਾਰ ਸਵਾਲ ਆ ਜਿਹੜਾ ਰਿਪੀਟ ਹੁੰਦਾ ਗਾ। ਦੇਖੋ ਯੂਨੀਅਨ ਪਾਵਰ ਜਿਹੜੀ ਕਮੇਟੀ ਸੀਗੀ, ਜਿਹੜੇ ਉਹਦੇ ਹੈੱਡ ਸੀਗੇ ਕੌਣ ਸੀ, ਜਵਾਹਰ ਲਾਲ ਨਹਿਰੂ ਸੀਗੇ। ਫਿਰ ਯੂਨੀਅਨ ਆਫ ਕੌਂਸਟੀਟਿਊਸ਼ਨ ਜਿਹੜੀ ਕਮੇਟੀ ਸੀਗੀ ਉਸਦੇ ਕੌਣ ਰਹਿੰਦੇ, ਇਸ ਦੇ ਵਿੱਚ ਜਵਾਹਰ ਲਾਲ ਨਹਿਰੂ। ਦੇਖੋ ਪਹਿਲੀਆਂ ਦੋਨਾਂ ਦੇ ਜਵਾਹਰ ਲਾਲ ਨਹਿਰੂ ਰਹਿ ਰਹੇ ਹੈਗੇ ਆ। ਉਸ ਤੋਂ ਬਾਅਦ ਪ੍ਰੋਵੀਜ਼ਨ ਜਿਹੜੀ ਪ੍ਰੋਵਿੰਸ਼ਨ ਦੀ ਹੈਗੀ ਆ, ਕਲੀਅਰ, ਜਿਹਨੂੰ ਅਸੀਂ ਸਟੇਟ ਦੀ ਗੱਲ ਕਰ ਲੈਂਦੇ ਹੈਗੇ ਆ, ਉੱਥੇ ਕੌਣ ਰਹਿੰਦਾ, ਵੱਲਭ ਭਾਈ ਪਟੇਲ। ਕਿਉਂਕਿ ਬਾਅਦ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਰਿਆਸਤਾਂ ਸੀਗੀਆਂ, ਜੂਨਾਗੜ੍ਹ ਹੈ ਨਾ, ਆਪਾਂ ਦੇਖਿਆ ਤਾਂ ਇਹਨਾਂ ਦੇ ਦੁਆਰਾ ਹੀ ਉਹਨਾਂ ਨੂੰ ਮਿਲਾਇਆ ਗਿਆ ਸੀ। ਉਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਰਹਿੰਦੀ ਹੈਗੀ ਡਰਾਫਟ ਕਮੇਟੀ। ਕਲੀਅਰ ਜੀ, ਡਰਾਫਟ ਕਮੇਟੀ ਦੇ ਜਿਹੜੇ ਹੈੱਡ ਸੀਗੇ ਕੌਣ ਸੀ, ਡਾਕਟਰ BR ਅੰਬੇਦਕਰ ਸੀਗੇ। ਕਲੀਅਰ, ਓਕੇ। ਸਵਾਲ ਬਹੁਤ ਵਾਰ ਰਿਪੀਟ ਹੋਇਆ ਹੈਗਾ। ਉਸ ਤੋਂ ਬਾਅਦ ਐਡਵਾਈਜ਼ਰੀ ਕਮੇਟੀ, ਮਿਨੋਰਟੀ ਕਮੇਟੀ ਅਤੇ ਟਰਾਈਬਲ ਜਿਹੜੀ ਸੁਸਾਇਟੀ ਸੀਗੀ ਉਹਨਾਂ ਲਈ ਕੌਣ ਸੀਗੇ, ਵੱਲਭ ਭਾਈ ਪਟੇਲ ਜਿਹੜੇ ਉਹਨਾਂ ਦੇ ਹੈੱਡ ਸੀਗੇ। ਉਸ ਤੋਂ ਬਾਅਦ ਰੂਲ ਆਫ ਕਮੇਟੀ ਦੇ ਸੀ ਰਾਜਿੰਦਰ ਪ੍ਰਸਾਦ, ਸਟੇਟ ਕਮੇਟੀ ਦੇ ਸੀਗੇ ਜਵਾਹਰ ਲਾਲ ਨਹਿਰੂ। ਤਾਂ ਇੱਦਾਂ ਕਰਕੇ ਤੁਸੀਂ ਇਹ 8 ਦੀਆਂ 8 ਕੀ ਹੈਗੀਆਂ ਨੇ ਲਿਖ ਲੈਣੀਆਂ ਹੈਗੀਆਂ ਨੇ, ਅਤੇ ਇਹਨਾਂ ਦੇ ਨਾਮ ਅਤੇ ਇਹਨਾਂ ਦੇ ਹੈੱਡ ਕੌਣ ਰਹੇ ਸੀਗੇ। ਤਾਂ ਇਹ ਸਵਾਲ ਬਹੁਤ ਵਾਰ ਆ। ਦੇਖੋ ਡਰਾਫਟ ਕਮੇਟੀ ਬਹੁਤ ਵਾਰ ਰਿਪੀਟ ਹੋਇਆ ਹੈਗਾ। ਇਸ ਤੋਂ ਇਲਾਵਾ ਯੂਨੀਅਨ ਆਫ ਪਾਵਰ ਕਮੇਟੀ ਵੀ ਰਿਪੀਟ ਹੋਇਆ ਹੈ, ਅਤੇ ਵੱਲਭ ਭਾਈ ਪਟੇਲ ਵਾਲਾ ਵੀ ਬਹੁਤ ਵਾਰ ਰਿਪੀਟ ਆ ਜਿਹੜਾ ਇਹ ਸਵਾਲ ਹੋਇਆ ਹੈਗਾ। ਦੇਖੋ ਇਹਨਾਂ ਦੇ ਵਿੱਚ 3 ਦੇ ਵਿੱਚ ਤਾਂ ਕੀ ਹੈਗਾ, ਜਵਾਹਰ ਲਾਲ ਨਹਿਰੂ ਹੀ ਰਹਿੰਦੇ ਹੈਗੇ, ਇੱਕ ਦੇ ਵਿੱਚ ਅੰਬੇਦਕਰ ਰਹਿੰਦੇ, ਇੱਕ ਦੇ ਵਿੱਚ ਵੱਲਭ ਭਾਈ ਪਟੇਲ ਜਿਹੜੇ ਅਸੀਂ ਦੇਖ ਰਹੇ ਹਾਂ। ਕਲੀਅਰ, ਤਾਂ ਕਰਕੇ ਸਰਦਾਰ ਵੱਲਭ ਭਾਈ ਪਟੇਲ
ਤਾਂ ਤੁਸੀਂ ਇਦਾਂ ਵੀ ਦੇਖ ਸਕਦੇ ਹੋ। ਦੇਖੋ 2 ਦੇ ਵਿੱਚ ਪਟੇਲ ਨੇ ਜਿਹੜੇ ਰਹਿ ਰਹੇ ਹੈਗੇ ਆ, ਕਲੀਅਰ। 3 ਦੇ ਵਿੱਚ ਜਵਾਹਰ ਲਾਲ ਨਹਿਰੂ ਰਹਿ ਰਹੇ ਹੈਗੇ, 1 ਦੇ ਵਿੱਚ ਤਾਂ ਇਦਾਂ ਹੀ ਤੁਹਾਨੂੰ ਸਾਰੇ ਦੇ ਸਾਰੇ ਯਾਦ ਆ ਜਿਹੜੇ ਇਹ ਹੋ ਜਾਣਗੇ। ਕਲੀਅਰ ਜੀ। ਚਲੋ ਅੱਗੇ ਚੱਲਦੇ ਹਾਂ। ਹੁਣ ਅਸੀਂ ਦੇਖਦੇ ਹਾਂ, ਦੇਖੋ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਸੀਗੀ ਉਹ ਸੀਗੀ ਡਰਾਫਟ ਕਮੇਟੀ। ਡਰਾਫਟ ਕਮੇਟੀ ਕੌਣ ਸੀਗੀ ਉਸ ਦੀ ਗੱਲ ਕਰਦੇ ਕਿ ਦੇਖੋ BR ਅੰਬੇਦਕਰ ਇਸ ਦੇ ਹੈੱਡ ਸੀਗੇ ਜਾਂ ਚੇਅਰਮੈਨ ਸੀਗੇ ਡਰਾਫਟ ਕਮੇਟੀ ਦੇ। ਇਸ ਤੋਂ ਇਲਾਵਾ ਇਸ ਦੇ ਵਿੱਚ ਕੀ ਸੀਗਾ, ਟੋਟਲ 7 ਜਿਹੜੇ ਮੈਂਬਰ ਸਾਨੂੰ ਦਿਖਦੇ ਹੈਗੇ ਆ ਡਰਾਫਟ ਕਮੇਟੀ ਦੇ ਵਿੱਚ। 7 ਜਿਹੜੇ ਮੈਂਬਰ ਸੀਗੇ। ਸਭ ਤੋਂ ਆਪਾਂ 7 ਮੈਂਬਰ ਦੀ ਹੀ ਗੱਲ ਕਰਾਂਗੇ। ਇੱਥੋਂ ਸਵਾਲ ਜ਼ਰੂਰ ਬਣਦਾ ਹੈਗਾ, ਕਿੱਦਾਂ ਬਣਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਦੇਖੋ ਡਾਕਟਰ BR ਅੰਬੇਦਕਰ ਕੀ ਸੀਗੇ ਇਸ ਦੇ ਚੇਅਰਮੈਨ ਰਹੇ। ਕਲੀਅਰ ਜੀ। ਫਾਦਰ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਇਹ ਫਾਦਰ ਰਹਿੰਦੇ ਹੈਗੇ ਆ, ਕਿਉਂਕਿ ਇਹਨਾਂ ਦੇ ਦੁਆਰਾ ਹੀ ਸੰਵਿਧਾਨ ਦਾ ਇਹਨਾਂ ਨੂੰ ਪਿਤਾਮਾ ਜਿਹੜਾ ਕਿਹਾ ਜਾਂਦਾ, ਜਾਂ ਭਾਰਤ ਦਾ ਇਹਨਾਂ ਨੂੰ ਮੰਨੂ ਵੀ ਕਿਹਾ ਜਾਂਦਾ, ਕਿਉਂਕਿ ਮੰਨੂ ਦੇ ਦੁਆਰਾ ਪਹਿਲਾਂ ਜਿਹੜਾ ਲਾ ਸੀਗਾ ਜਾਂ ਜਿਹੜੀ ਸਮਿਤੀ ਸੀ ਜਿਹੜੀ ਲਿਖੀ ਗਈ ਸੀ। ਤਾਂ ਉਸ ਤੋਂ ਇਲਾਵਾ ਦੇਖੋ N ਗੋਪਾਲ ਅਈਅਰ ਸੀਗੇ, ਕਲੀਅਰ। ਕ੍ਰਿਸ਼ਨਾ ਅਈਅਰ ਹੋ ਗਏ, ਡਾਕਟਰ KM ਮੁਨਸੀ ਹੋ ਗਏ, ਕਲੀਅਰ ਜੀ। ਮੁਹੰਮਦ ਹੋ ਗਏ। ਦੇਖੋ ਇਹਨਾਂ ਦੇ ਬੇਸ਼ੱਕ ਤੁਸੀਂ ਨਾਮ ਨਾ ਯਾਦ ਰੱਖੋ, ਕਲੀਅਰ, ਕਿਉਂਕਿ ਇੰਨਾ ਜ਼ਿਆਦਾ ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਚਲੋ, ਪਰ ਜੇਕਰ ਤੁਸੀਂ ਇਹਨਾਂ ਨੂੰ ਹੀ ਨਹੀਂ ਜ਼ਿਆਦਾ ਚੱਲ ਜਾਏਗਾ। ਪਰ ਇੱਥੇ ਕੀ ਹੈਗਾ ਗਾ, ਜਿਹੜੇ ਲਾਸਟਲੇ 2 ਨੇਮ ਹੈਗੇ ਆ, ਜੋ ਲਾਸਟਲੇ 2 ਨੇਮ ਨੇ ਇਹ ਤੁਸੀਂ ਜ਼ਰੂਰ ਯਾਦ ਰੱਖਣੇ ਆ, ਕਿਉਂਕਿ ਇਹਨਾਂ ਦੇ ਵਿੱਚ ਕੁਝ ਖਾਸ ਆ ਜਿਹੜੀ ਇੰਪੋਰਟੈਂਸ ਹੈਗੇ। ਦੇਖੋ ਜਿਹੜੇ M ਮਾਧਵ ਰਾਓ ਸੀਗੇ ਜਾਂ ਰਾਏ ਸੀਗੇ, ਮਾਧਵ ਰਾਏ, ਠੀਕ ਹੈ। ਇਹਨਾਂ ਦੀ ਜਿਹੜੀ ਹੈਲਥ ਸੀਗੀ ਉਹ ਠੀਕ ਨਹੀਂ ਸੀਗੀ, ਜਿਸ ਕਰਕੇ ਇਹਨਾਂ ਨੇ ਕੀ ਸੀਗਾ, ਰਿਜ਼ਾਈਨ ਦਿੱਤਾ ਸੀਗਾ, ਜਿਸ ਕਰਕੇ ਇਹਨਾਂ ਦੀ ਜਗ੍ਹਾ 'ਤੇ ਫਿਰ ਨਵੇਂ ਜਿਹੜਾ ਇਹਨਾਂ ਨੂੰ ਰੀਪਲੇਸ ਕੀਤਾ ਗਿਆ ਉਹ ਕਿਹੜੇ ਸੀਗੇ, BL ਮਿੱਤਰ। ਕਲੀਅਰ। ਤਾਂ ਯਾਦ ਰੱਖਿਓ, ਦੇਖੋ ਇਹ ਸਵਾਲ ਬਹੁਤ ਵਾਰ ਆਇਆ ਹੈਗਾ ਕਿ ਜਿਹੜੇ ਮਾਧਵ ਰਾਏ ਸੀਗੇ ਉਹਨਾਂ ਨੇ ਰਿਜ਼ਾਈਨ ਦਿੱਤਾ ਸੀ, ਉਹਨਾਂ ਦੀ ਜਗ੍ਹਾ 'ਤੇ ਇੱਕ ਨਿਊ ਜਿਹੜੇ ਅਪਾਇੰਟ ਕੀਤੇ ਗਏ ਸੀ ਉਹਨਾਂ ਦਾ ਨਾਮ ਕੀ ਸੀਗਾ। ਤਾਂ ਯਾਦ ਰੱਖਿਓ BL ਮਿੱਤਰ ਜਿਹੜੇ ਸੀਗੇ ਉਹ ਇਹਨਾਂ ਦੀ ਜਗ੍ਹਾ ਰੀਪਲੇਸ ਇਹਨਾਂ ਨੂੰ ਕੀਤਾ ਸੀਗਾ ਉਹਨੇ। ਉਸ ਤੋਂ ਬਾਅਦ TT ਕ੍ਰਿਸ਼ਨਾਚਾਰੀਆ, ਠੀਕ ਹੈ। TT ਕ੍ਰਿਸ਼ਨਾਚਾਰੀਆ ਦੀ ਅਸੀਂ ਗੱਲ ਕਰਾਂਗੇ। ਦੇਖੋ ਇਹਨਾਂ ਦੀ ਕੀ ਹੈਗੀ, ਡੈਥ ਹੋ ਜਾਂਦੀ ਹੈਗੀ ਆ 1948 ਦੇ ਵਿੱਚ। ਕਲੀਅਰ। ਕਮੇਟੀ ਦੇ ਦੌਰਾਨ ਹੀ ਜਦੋਂ ਕਮੇਟੀ ਕੰਮ ਕਰ ਰਹੀ ਹੁੰਦੀ ਆ ਡੈਥ ਹੋ ਜਾਂਦੀ ਹੈ, ਜਿਸ ਕਰਕੇ ਇਹਨਾਂ ਨੂੰ ਰੀਪਲੇਸ ਕੀਤਾ ਜਾਂਦਾ ਹੈਗਾ ਕਿਸ ਦੇ ਨਾਲ, DP ਖੈਤਾਨ ਦੇ ਨਾਲ। ਕਲੀਅਰ। ਤਾਂ ਤੁਸੀਂ ਯਾਦ ਰੱਖਣਾ। ਦੇਖੋ ਇਹ ਦੋਨਾਂ ਦੀ ਇੰਪੋਰਟੈਂਟ ਤਾਂ ਹੈਗੀ ਆ, ਕਲੀਅਰ, ਤਾਂ ਕਰਕੇ ਯਾਦ ਰੱਖਿਓ ਦੋਨਾਂ ਦੇ ਨਾਂ। ਦੇਖੋ ਅੰਬੇਦਕਰ ਦੇ ਹੋ ਗਏ, ਉਹ ਚੇਅਰਮੈਨ ਨੇ, ਫਾਦਰ ਵੀ ਨੇ ਭਾਰਤੀ ਸੰਵਿਧਾਨ ਦੇ। ਇਸ ਤੋਂ ਇਲਾਵਾ ਜਿਹੜੇ 2 ਵਿਅਕਤੀ ਹੈਗੇ ਤਾਂ ਇੰਪੋਰਟੈਂਟ ਹੈਗੇ ਆ, ਕਿਉਂਕਿ ਇਹਨਾਂ ਨੂੰ ਕੀ ਸੀਗਾ ਬਾਅਦ ਦੇ ਵਿੱਚ ਚੇਂਜ ਕਰ, ਦੇਖੋ ਇੱਕ ਦੇ ਐਕਸਪਾਇਰ ਹੋ ਗਏ ਸੀ, ਇੱਕ ਦੀ ਹੈਲਥ ਠੀਕ ਨਹੀਂ ਸੀ, ਤਾਂ ਉਹਨਾਂ ਦੀ ਜਗ੍ਹਾ 2 ਨਵੇਂ ਜਿਹੜੇ ਪਰਸਨ ਸੀਗੇ ਅਪਾਇੰਟ ਸੀਗੇ ਜਿਹੜੇ ਕੀਤੇ ਗਏ ਸੀ, ਤਾਂ ਕਰਕੇ ਇਹਨਾਂ ਦੀ ਇੰਪੋਰਟੈਂਸ ਆ ਜਿਹੜੀ ਹੋ ਜਾਂਦੀ ਆ। ਕਲੀਅਰ ਜੀ। ਇਹ ਸਵਾਲ ਬਹੁਤ ਵਾਰ ਆਇਆ ਹੈਗਾ ਡਰਾਫਟ ਕਮੇਟੀ 'ਚੋਂ। ਹੁਣ ਤੁਸੀਂ ਡਰਾਫਟ ਕਮੇਟੀ ਤੋਂ ਪੂਰੀ ਤਰ੍ਹਾਂ ਜਾਣੂ ਆ ਜਿਹੜੇ ਹੋ ਗਏ ਹੋਣਗੇ। ਚਲੋ ਜੀ ਹੋਰ ਦੇਖਦੇ ਹਾਂ। ਦੇਖੋ ਡਰਾਫਟ ਕਮੇਟੀ ਨੇ ਉਹਦਾ ਕੰਮ ਕਰਤਾ, ਤਾਂ ਫਸਟ ਜਿਹੜਾ ਡਰਾਫਟ ਸੀਗਾ ਉਹ ਕਦ ਪੇਸ਼ ਕੀਤਾ ਗਿਆ ਆਪਾਂ ਇਹ ਵੀ ਗੱਲ ਕਰ ਸਕਦੇ ਹਾਂਗੇ। ਦੇਖੋ 5 ਦੇ ਵਿੱਚ 1948 ਦੇ ਵਿੱਚ ਕੀ ਸੀਗਾ, ਪਹਿਲੀ ਵਾਰ ਸੀਗਾ ਜਿਹੜਾ ਫਸਟ ਡਰਾਫਟ ਪੇਸ਼ ਕੀਤਾ ਗਿਆ। ਉਸ ਤੋਂ ਇਲਾਵਾ ਸੈਕਿੰਡ ਕਦ ਕੀਤਾ ਗਿਆ, ਅਕਤੂਬਰ ਦੇ ਵਿੱਚ 1948 ਦੇ ਵਿੱਚ ਜਿਹੜਾ ਪੇਸ਼ ਸੀਗਾ ਉਹ ਕੀਤਾ ਗਿਆ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹੈਗੇ ਕਿ ਫਾਈਨਲ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਸੀ ਉਹ ਅਡੋਪਟ ਕਰਦੇ। ਦੇਖੋ ਅਡੋਪਟ ਦੀ ਗੱਲ ਹੋ ਰਹੀ ਆ, 2 ਚੀਜ਼ਾਂ ਨੇ, 2 ਟਰਮਾਂ ਨੇ, ਇੱਕ ਤਾਂ ਅਡੋਪਟ ਹੁੰਦਾ, ਇੱਕ ਫੋਰਸ ਦੇ ਵਿੱਚ ਆਉਣਾ ਜਿਹਨੂੰ ਅਸੀਂ ਲਾਗੂ ਕਹਿ ਦਿੰਦੇ ਹਾਂ। ਕਲੀਅਰ ਜੀ। ਦੇਖੋ ਇੱਥੇ ਹੈਗੀ 26 ਨਵੰਬਰ 1949 ਦੇ ਵਿੱਚ ਇਸ ਨੂੰ ਅਡੋਪਟ ਕੀਤਾ ਗਿਆ। ਕਲੀਅਰ ਜੀ। ਤੇ 26 ਜਨਵਰੀ 1950 ਨੂੰ ਕੀ ਹੈਗਾ ਉਹ ਫੋਰਸ ਦੇ ਵਿੱਚ ਆਇਆ ਜਾਂ ਉਹਨੂੰ ਲਾਗੂ ਕੀਤਾ ਗਿਆ। ਇਹ ਜ਼ਰੂਰ ਯਾਦ ਰੱਖਣਾ ਹੈਗਾ ਤੁਸੀਂ। ਕਲੀਅਰ ਜੀ। ਉਸ ਤੋਂ ਬਾਅਦ ਜਿਹੜੇ ਆਰਟੀਕਲ ਹੈਗੇ ਆ ਸਾਡੇ ਸੰਵਿਧਾਨ ਦੇ ਵਿੱਚ, ਕਲੀਅਰ, 395 ਜਿਹੜੇ ਸਾਡੇ ਆਰਟੀਕਲ ਹੈਗੇ ਆ। ਸ਼ਡਿਊਲ ਕਿੰਨੇ ਹੈਗੇ, 8 ਜਿਹੜੇ ਸ਼ਡਿਊਲ ਆ। ਹੁਣ ਵੀ ਆਰਟੀਕਲ ਸਾਡੇ ਇੰਨੇ ਹੀ ਹੈਗੇ ਆ, ਪਰ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਦੇ ਵਿੱਚ ਕੀ ਹੈਗੇ, ਅਮੈਂਡਮੈਂਟ ਹੋ ਜਾਂਦੀ ਹੈ, ਜਿਸ ਦੇ ਨਾਲ ਇਹਨਾਂ ਦੇ ਨਾਲ ਸਬ ਪਾਰਟ ਆ ਜਿਹੜੇ ਜੋੜ ਦਿੱਤੇ ਜਾਂਦੇ ਆ, ਪਰ ਐਕਚੁਅਲ ਦੇ ਵਿੱਚ ਆਰਟੀਕਲ ਅੱਜ ਵੀ 395 ਨੇ। ਕਲੀਅਰ ਜੀ। ਦੇਖੋ ਫੋਰਸ ਦੇ ਵਿੱਚ ਕਦ ਆਇਆ, 26 ਜਨਵਰੀ 1950 ਦੇ ਵਿੱਚ ਕੀ ਸੀਗਾ, ਇਹ ਫੋਰਸ ਦੇ ਵਿੱਚ ਆਇਆ ਸੀਗਾ। ਤੇ 26 ਦੀ ਦੇਖੋ ਆਪਾਂ ਪਹਿਲਾਂ ਵੀ ਗੱਲ ਕੀਤੀ, ਡੇਟ ਦੀ ਇੰਪੋਰਟੈਂਸ ਹੈ ਕੀ ਸੀਗੀ, ਤਾਂ ਇੱਥੇ ਕੀ ਸੀਗਾ, ਲਾਹੌਰ ਦੇ ਵਿੱਚ ਕੀ ਸੀਗਾ, ਲਾਹੌਰ ਦੇ ਵਿੱਚ ਕੀ ਸੀਗਾ, ਜਿਹੜਾ ਇੱਕ ਸੰਮੇਲਨ ਹੋਇਆ ਸੀਗਾ, ਲਾਹੌਰ ਸੰਮੇਲਨ 1929 ਦੇ ਵਿੱਚ ਹੋਇਆ ਸੀਗਾ, ਜਿਸ ਦੇ ਵਿੱਚ ਕੀ ਸੀ, ਜਵਾਹਰ ਲਾਲ ਨਹਿਰੂ ਦੇ ਦੁਆਰਾ ਇਹ ਕਿਹਾ ਗਿਆ ਸੀ ਕਿ ਹਾਂਜੀ ਜਿਹੜਾ ਫਾਈਨਲ ਜਿਹੜਾ ਡਰਾਫਟ ਹੋਏਗਾ ਜਾਂ ਅੱਜ ਤੋਂ ਬਾਅਦ ਕੀ ਹੈਗਾ ਜਿਹੜਾ ਆਵਾਂਗੇ, ਤਾਂ ਕਰਕੇ ਕੀ ਸੀਗਾ ਉੱਥੋਂ ਹੀ ਇਸ ਦੀ ਇੰਪੋਰਟੈਂਸ ਆ ਜਿਹੜੀ ਦਿਖਦੀ ਹੈਗੀ ਸਾਨੂੰ। ਕਲੀਅਰ ਜੀ। ਓਕੇ, ਚਲੋ ਅੱਗੇ ਚੱਲਦੇ ਹਾਂ। ਚਲੋ ਜੀ,
ਉਸ ਤੋਂ ਇਲਾਵਾ ਹੋਰ ਕੀ ਹੈਗਾ ਗਾ, ਸਾਡਾ ਜਿਹੜਾ ਸੰਵਿਧਾਨ ਹੈਗਾ ਗਾ, ਕੌਂਸਟੀਟਿਊਸ਼ਨ ਜੋ ਹੈ ਉਸ ਦਾ ਕ੍ਰਿਟਿਸਿਜ਼ਮ ਵੀ ਹੁੰਦਾ ਗਾ। ਕ੍ਰਿਟਿਸਿਜ਼ਮ ਕੀ ਹੈਗਾ ਹੁਣ ਆਪਾਂ ਉਹ ਦੇਖ ਲੈਂਦੇ ਹੈਗੇ ਆ। ਕਲੀਅਰ, ਦੇਖੋ ਕ੍ਰਿਟਿਸਿਜ਼ਮ ਕਿਉਂ ਹੁੰਦਾ ਗਾ ਉਹ ਦੇਖ ਲੈਂਦੇ ਹੈਗੇ ਆ। ਦੇਖੋ ਨੋਟ ਰਿਪਰੈਜ਼ੈਂਟੇਟਿਵ ਦਾ ਬੋਡੀ। ਕਲੀਅਰ, ਤਾਂ ਇੱਥੇ ਕੀ ਸੀਗਾ, ਸਾਰੇ ਰਿਪਰੈਜ਼ੈਂਟੇਟਿਵ ਬੋਡੀ ਨਹੀਂ ਸੀਗੇ, ਕਿਉਂਕਿ ਕੁਝ ਕੁ ਮੈਂਬਰ ਕੀ ਸੀਗੇ ਨੋਮੀਨੇਟ ਕੀਤੇ ਜਾ ਰਹੇ, ਕੁਝ ਕੁ ਇੰਟਰੈਕਟ ਇਲੈਕਸ਼ਨ ਜਿਨ੍ਹਾਂ ਦੀ ਹੋ ਰਹੀ ਹੈਗੀ ਆ, ਤਾਂ ਕਰਕੇ ਕੀ ਹੈਗਾ ਪੂਰੀ ਤਰ੍ਹਾਂ ਰਿਪਰੈਜ਼ੈਂਟੇਟਿਵ ਬੋਡੀ ਆ ਜਿਹੜੀ ਇਹ ਨਹੀਂ ਸੀਗੀ। ਜਦੋਂ ਰਿਪਰੈਜ਼ੈਂਟੇਟਿਵ ਨਹੀਂ ਸੀ, ਇਸ ਵਿੱਚ ਸਾਰਿਆਂ ਨੂੰ ਉਸ ਦੇ ਵਿੱਚ ਇਕੁਅਲ ਜਿਹੜਾ ਨਹੀਂ ਰੱਖਿਆ ਗਿਆ। ਫਿਰ ਸੈਕਿੰਡ ਅਸੀਂ ਗੱਲ ਕਰਦੇ ਹੈਗੇ ਆ ਕਿ ਨੋਟ ਦਾ ਜਿਹੜੀ ਸੋਵਰਨਿਟੀ ਬੋਡੀ ਸੀਗੀ ਉਹ ਵੀ ਨਹੀਂ ਸੀ, ਕਿਉਂਕਿ ਸੋਵਰਨਿਟੀ ਕੀ ਹੈਗਾ ਕਿ ਜਿੱਥੇ ਸਾਨੂੰ ਪੂਰੀ ਤਰ੍ਹਾਂ ਫਰੀਡਮ ਹੋਣੀ ਚਾਹੀਦੀ ਕਿ ਜੀ ਹਾਂਜੀ ਅਸੀਂ ਆਪਦਾ ਸੰਵਿਧਾਨ ਜਦੋਂ ਮਰਜ਼ੀ ਚਾਹੇ ਬਣਾ ਸਕਦੇ ਸੀ, ਪਰ ਸਾਨੂੰ ਤਾਂ ਕੈਬਨਿਟ ਮਿਸ਼ਨ ਦੇ ਦੁਆਰਾ ਕਿਹਾ ਗਿਆ ਨਾ, ਫਿਰ ਕਿਤੇ ਜਾ ਕੇ ਅਸੀਂ ਬਣਾਇਆ, ਤਾਂ ਕਰਕੇ ਵੀ ਇਸ ਦਾ ਕੀ ਹੈਗਾ ਗਾ ਜਿਹੜਾ ਕ੍ਰਿਟਿਸਿਜ਼ਮ ਆ ਉਹ ਹੁੰਦਾ ਗਾ। ਫਿਰ ਅਸੀਂ ਗੱਲ ਕਰਦੇ ਹੈਗੇ ਕਿ ਟਾਈਮ ਦੀ ਗੱਲ ਕਰਦੇ ਹੈਗੇ, ਟਾਈਮ ਨੂੰ ਲੈ ਕੇ ਵੀ ਕ੍ਰਿਟਿਸਿਜ਼ਮ ਹੁੰਦਾ ਗਾ ਕਿ ਹਾਂਜੀ ਆਪਾਂ ਉੱਪਰ ਦੇਖਿਆ ਸੀਗਾ 2 ਸਾਲ ਹੈ ਨਾ, ਕਿ ਇੰਨਾ ਟਾਈਮ ਜਿਹੜਾ ਬਾਕੀ 18 ਦਿਨ ਹੈ ਨਾ, ਇੰਨਾ ਜਿਹੜਾ ਟਾਈਮ ਸੀਗਾ ਲੱਗਿਆ ਸੀਗਾ, ਤਾਂ ਕਰਕੇ ਵੀ ਇਹਦਾ ਹੁੰਦਾ ਹੈਗਾ ਕਿ ਹਾਂਜੀ ਬਾਕੀ ਜਿਹੜੇ ਹੋਰ ਕੰਟਰੀਆਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਕਿ ਉਹਨਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਹੀ ਆਪਣਾ ਸੰਵਿਧਾਨ ਸੀ ਜਿਹੜਾ ਤਿਆਰ ਕਰ ਦਿੱਤਾ ਗਿਆ ਸੀ। ਪਰ ਇਹ ਕਿਤੇ ਨਾ ਕਿਤੇ ਗਲਤ ਹੈਗਾ, ਕਿਉਂਕਿ ਸਾਡਾ ਜੋ ਭਾਰਤੀ ਸੰਵਿਧਾਨ ਹੈਗਾ ਗਾ ਉਹ ਬਾਕੀ ਕੰਟਰੀਆਂ ਤੋਂ ਬਿਲਕੁਲ ਕੀ ਹੈ ਅਲੱਗ ਹੈ, ਅਸੀਂ ਬੋਰੋ ਨਹੀਂ ਕੀਤਾ ਹੈਗਾ ਉਹ। ਕਲੀਅਰ ਜੀ, ਓਕੇ। ਉਸ ਤੋਂ ਇਲਾਵਾ ਫਿਰ ਇਸ ਦਾ ਕ੍ਰਿਟਿਸਿਜ਼ਮ ਹੁੰਦਾ ਹੈਗਾ ਕਿ ਇਹਦੇ ਵਿੱਚ ਕੀ ਸੀਗਾ, ਸਾਰੇ ਜਿਹੜੇ ਮੈਂਬਰ ਨੇ ਉਹ ਕਾਂਗਰਸ ਪਾਰਟੀ ਦੇ ਹੀ ਸੀਗੇ। ਦੇਖੋ ਕਿ ਕਾਂਗਰਸ ਪਾਰਟੀ ਦਾ ਹੀ ਜਿਹੜਾ ਬੋਲਬਾਲਾ ਸੀ, ਕਾਂਗਰਸ ਪਾਰਟੀ ਦੇ ਹੀ ਮੈਂਬਰ ਸੀ, ਅਤੇ ਬਾਕੀ ਪਾਰਟੀਆਂ ਦੇ ਜਾਂ ਹੋਰ ਕਿਸੇ ਵਿਅਕਤੀ ਨੂੰ ਉਸ ਦੇ ਵਿੱਚ ਅਲੋਅ ਹੀ ਨਹੀਂ ਕੀਤਾ ਗਿਆ ਉਨੀ ਤਰ੍ਹਾਂ। ਤਾਂ ਕਰਕੇ ਕੀ ਸੀਗਾ ਕਿ ਸਾਰੀ ਜਿਹੜਾ ਪਾਵਰ ਰਹੀ ਉਹ ਮੋਸਟਲੀ ਕਾਂਗਰਸ ਪਾਰਟੀ ਦੇ ਮੈਂਬਰਾਂ ਪਾਸ ਰਹੀ। ਕਲੀਅਰ ਜੀ। ਉਸ ਤੋਂ ਇਲਾਵਾ ਹੋਰ ਦੇਖ ਲੈਂਦੇ ਹਾਂ, ਹੋਰ ਕੀ ਸੀ ਇਸ ਦੇ ਵਿੱਚ, ਕਹਿੰਦੇ ਡੋਮੀਨੇਟ ਕੀਤਾ ਗਿਆ ਬਾਏ ਹਿੰਦੂ, ਕਿ ਜਿਹੜੇ ਹਿੰਦੂ ਸੀਗੇ ਉਹੀ ਸਭ ਤੋਂ ਜ਼ਿਆਦਾ ਸੀ, ਉਹਨਾਂ ਦੇ ਦੁਆਰਾ ਹੀ ਡੋਮੀਨੇਟ ਸੀਗਾ ਜਿਹੜਾ ਕੀਤਾ ਗਿਆ ਸੀ। ਤਾਂ ਕਰਕੇ ਇਹਨਾਂ ਕਰਕੇ ਵੀ ਇਸ ਦਾ ਕੀ ਹੈਗਾ ਗਾ ਕ੍ਰਿਟਿਸਿਜ਼ਮ ਆ ਜਿਹੜਾ ਕੀਤਾ ਜਾਂਦਾ ਹੈਗਾ। ਕਲੀਅਰ ਜੀ, ਓਕੇ। ਤਾਂ ਇਸ ਦੇ ਵਿੱਚ ਅਸੀਂ ਦੇਖਿਆ ਹੈਗਾ ਗਾ ਕਿ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਸੀਗਾ ਉਹ ਕਿਸ ਤਰ੍ਹਾਂ ਜਿਹੜਾ ਬਣ ਕੇ ਤਿਆਰ ਹੋਇਆ ਸੀ, ਉਸ ਦੇ ਵਿੱਚ ਕਿਹੜੇ ਵਿਅਕਤੀ ਦੀ ਇੰਪੋਰਟੈਂਸ ਆ ਜਿਹੜੀ ਜ਼ਿਆਦਾ ਸੀਗੀ। ਕਲੀਅਰ ਜੀ, ਓਕੇ ਜੀ। ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।